ਜਲੰਧਰ ਜਿਮਨੀ ਚੋਣਾਂ ਦੀ ਗੱਲ ਕਰੀਏ ਤੇ ਜਿਮਨੀ ਚੋਣਾਂ ਦੇ ਵਿੱਚ ਪ੍ਰਚਾਰ ਦੇ ਆਖਰੀ ਦੌਰ ਦੇ ਵਿੱਚ ਸੱਤਾ ਧਿਰ ਦੇ ਉੱਪਰ ਐਲੀਗੇਸ਼ਨ ਲੱਗ ਰਹੇ ਨੇ ਕਿ ਸੱਤਾ ਧਿਰ ਇਨ ਚੋਣਾਂ ਦੇ ਵਿੱਚ ਬੂਥ ਕੈਪਚਰਿੰਗ ਕਰ ਸਕਦੀ ਹੈ। ਅਮਨ ਅਰੋੜਾ ਕੈਬਨਿਟ ਮਿਨਿਸਟਰ ਸਾਡੇ ਨਾਲ ਨੇ, ਗੱਲਬਾਤ ਕਰਨੇ। ਸਰ, ਚੰਨੀ ਸਾਹਿਬ ਲਗਾਤਾਰ ਕਹਿ ਰਹੇ ਨੇ ਕਿ ਸੱਤਾ ਧਿਰ ਜਿਹੜੀ ਹੈ ਪਾਵਰ ਦਾ ਮਿਸਯੂਜ਼ ਕਰ ਸਕਦੀ ਹੈ ਇਨ ਚੋਣਾਂ ਦੇ ਵਿੱਚ। ਜਿਮਨੀ ਚੋਣ ਹੈ, ਕਹਿੰਦੇ ਬੂਥ ਕੈਪਚਰਿੰਗ ਤੱਕ ਦੀ ਘਟਨਾਵਾਂ ਜਿਹੜੀਆਂ ਨੇ ਉਹ ਜਲੰਧਰ ਦੇ ਵਿੱਚ ਵੇਖਣ ਨੂੰ ਮਿਲ ਸਕਦੀਆਂ ਨੇ ਕਿਉਂਕਿ ਸੱਤਾ ਧਿਰ ਨੂੰ ਹਾਰ ਦਾ ਡਰ ਸਤਾਉਣਾ ਸ਼ੁਰੂ ਹੋ ਗਿਆ। देखो इस तरह है कि सत्ता ਧਿਰ ਤਾਂ ਨਹੀਂ, पर ਮੈਨੂੰ ਇਹ ਲੱਗਦਾ ਵੀ ਇਹੋ ਜਿਹੀ ਬਿਆਨਬਾਜ਼ੀ ਦੇ ਨਾਲ ਕਾਂਗਰਸ ਪਾਰਟੀ ਆਪਦੀ ਹਾਰ ਹੈ ਜਿਹੜੀ ਉਹ ਚੋਣਾਂ ਤੋਂ ਪਹਿਲਾਂ ਹੀ ਕਬੂਲ ਕਰ ਚੁੱਕੀ ਹੈ। ਮੈਨੂੰ ਨਹੀਂ ਸਮਝ ਆਉਂਦੀ ਕਿ ਚੰਨੀ ਸਾਹਿਬ ਕੋਲ ਅਜਿਹੀ ਕਿਹੜੀ ਜੋਤਿਸ਼ ਵਿਦਿਆ ਹੈ ਕਿ ਉਹ ਭਵਿੱਖ ਹੈ ਜਿਹੜਾ ਉਹ ਦੇਖ ਸਕਦੇ ਹੋਣ। ਮੈਨੂੰ ਜਿੰਨਾ ਕਿਉਂਕਿ ਮੈਂ ਕਾਂਗਰਸ ਦੀ ਵਰਕਿੰਗ ਨੂੰ ਕਲਚਰ ਨੂੰ ਬੜੇ ਚੰਗੀ ਤਰ੍ਹਾਂ ਸਮਝਦਾ, ਮੈਨੂੰ ਜਿੰਨਾ ਸਮਝ ਆਉਂਦਾ ਐਕਚੁਅਲੀ ਕਹਾਣੀ ਇਸ ਤਰੀਕੇ ਨਾਲ ਬਣੀ ਹੋਊਗੀ ਕਿ ਜਿੰਨੇ ਕਾਂਗਰਸ ਦੇ ਬਾਕੀ ਲੀਡਰ ਸਾਹਿਬਾਨ ਨੇ, ਚਾਹੇ ਉਹ ਰਾਜਾ ਵੜਿੰਗ ਜੀ ਹੋਏ, ਚਾਹੇ ਪ੍ਰਤਾਪ ਬਾਜਵਾ ਜੀ, ਚਾਹੇ ਨਵਜੋਤ ਸਿੱਧੂ ਜੀ, ਚਾਹੇ ਰਾਣਾ ਗੁਰਜੀਤ ਜੀ, ਉਹਨਾਂ ਨੇ ਕੈਂਪੇਨ ਤੋਂ ਬਾਅਦ ਹਿਸਾਬ ਲਗਾ ਲਿਆ ਕਿ ਕਾਂਗਰਸ ਪਾਰਟੀ ਇੱਥੋਂ ਜਿੱਤਦੀ ਨਹੀਂ ਹੈਗੀ। ਉਹਨਾਂ ਨੇ ਆਪਦੀ ਸੈਂਟਰਲ ਲੀਡਰਸ਼ਿਪ ਨੂੰ ਕਿਹਾ ਹੋਣਾ, ਉੱਪਰ ਰਾਹੁਲ ਗਾਂਧੀ ਜੀ ਹੋਣਾ ਨੂੰ, ਕਿ ਜੀ ਇੱਥੇ ਚੰਨੀ ਸਾਹਿਬ ਦੀ ਡਿਊਟੀ ਲਾਓ, ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰੋ। ਰਿਜ਼ਰਵਸ ਹਲਕਾ ਤੇ ਚੰਨੀ ਸਾਹਿਬ ਦੀ ਬੜੀ ਪਕੜ ਹੈ ਇੱਥੇ। ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਜਦੋਂ ਚੰਨੀ ਸਾਹਿਬ ਦੀ ਜ਼ਿੰਮੇਵਾਰੀ ਲਾਤੀ, ਉਹਨਾਂ ਨੇ ਵੀ 2 ਦਿਨਾਂ ਹਿਸਾਬ ਲਾ ਲਿਆ ਵੀ ਜਿੱਦੇ ਤਾਂ ਇੱਥੋਂ ਹੈ ਨਹੀਂ ਗੇ। ਉਹਨਾਂ ਨੇ ਇਹ ਐਕਸਕਿਊਜ਼, ਇੱਕ ਬਹਾਨਾ, ਇੱਕ ਜਸਟੀਫਿਕੇਸ਼ਨ ਪਹਿਲਾਂ ਹੀ ਘੜਨੀ ਸ਼ੁਰੂ ਕਰ ਦਿੱਤੀ ਕਿ ਜੀ ਇੱਥੇ ਆਮ ਆਦਮੀ ਪਾਰਟੀ ਬੂਥ ਕੈਪਚਰ ਕਰਕੇ ਜਿੱਤੂਗੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੋਟਾਂ ਪਈਆਂ ਨਹੀਂ ਹੈਗੀਆਂ, ਉਹਨਾਂ ਕੋਲ ਭਵਿੱਖਬਾਣੀ ਉਹਨਾਂ ਨੇ ਕਿਵੇਂ ਕਰਤੀ। ਸਿਰਫ ਔਰ ਸਿਰਫ ਇਹ ਸਾਰੇ ਕਾਂਗਰਸ ਦੇ ਲੀਡਰ ਆਪਦੀ ਲੀਡਰਸ਼ਿਪ ਤੋਂ ਆਪਦੀ ਚਮੜੀ ਬਚਾਉਂਦੇ ਫਿਰਦੇ ਨੇ, ਹੋਰ ਕੱਖ ਨਹੀਂ ਹੈਗਾ। ਅਸੀਂ ਬੂਥ ਕੈਪਚਰ ਕਰਨ ਦੇ ਵਿੱਚ ਨਹੀਂ, ਅਸੀਂ ਦਿਲ ਕੈਪਚਰ ਕਰਨ ਦੇ ਵਿੱਚ, ਆਪਦੇ ਕੰਮਾਂ ਦੇ ਜ਼ਰੀਏ ਅਸੀਂ ਉਹਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਤੁਹਾਨੂੰ ਲੱਗਦਾ ਹੈ ਤੁਸੀਂ ਇਨ ਚੋਣਾਂ ਦੇ ਵਿੱਚ ਇੱਥੇ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਇੱਥੇ ਦੇ ਲੋਕਾਂ ਦਾ ਦਿਲ ਕੈਪਚਰ ਕਰ ਪਾਏ ਹੋ? ਪਿੰਡਾਂ ਦੇ ਹਾਲਾਤ ਜਿਹੜੇ ਨੇ, ਸ਼ਾਹਕੋਟ ਵਰਗੇ ਹਲਕਿਆਂ ਦੇ ਜਿਹੜੇ ਹਾਲਾਤ ਨੇ, ਜਿਹੜੇ ਲੋਕ ਕਹਿੰਦੇ ਕਿ ਅਸੀਂ ਤੇ ਚੋਣਾਂ ਦਾ ਬਾਈਕਾਟ ਕਰਨ ਦਾ ਮੂਡ ਬਣਾ ਕੇ ਬੈਠੇ ਹਾਂ, ਉਹਨਾਂ ਹਾਲਾਤਾਂ ਦੇ ਵਿੱਚ ਦਿਲ ਜਿਹੜੇ ਨੇ ਉਹ ਕੈਪਚਰ ਹੋ ਸਕਦੇ ਨੇ? ਮੇਰੇ ਕਹਿਣ ਨਾਲ ਜਾਂ ਮੇਰੇ 20 ਦਿਨ ਕੰਪੇਨ ਕਰਨ ਨਾਲ ਕੁਝ ਨਹੀਂ ਹੋਣਾ ਜੀ। ਮੈਂ ਤਾਂ ਸਿਰਫ ਡਾਕੀਆਂ ਜਾਂ ਮੇਰੇ ਵਰਗੇ ਹੋਰ MLA, ਸਾਡੇ ਵਰਕਰ, ਸਾਡੇ ਸਾਥੀ ਨੇ ਜਿਹੜੇ, ਅਸੀਂ ਤਾਂ ਆਪਦੀ ਪਾਰਟੀ ਦੇ ਤੇ ਆਪਦੀ ਸਰਕਾਰ ਦੇ, ਅਸੀਂ ਤਾਂ ਡਾਕੀਏ ਹਾਂ ਕਿ ਜਿਹੜੇ ਸਰਕਾਰ ਦੇ ਕੀਤੇ ਹੋਏ ਕੰਮ ਲੈ ਕੇ ਲੋਕਾਂ ਤੱਕ ਜਾ ਰਹੇ ਹਾਂ। ਤੇ ਕੰਮ ਨੇ ਜਿਹੜੇ ਉਹ, ਜੇ ਤੁਸੀਂ ਸ਼ਾਹਕੋਟ ਦੀ ਸਪੋਜ਼ ਗੱਲ ਕੀਤੀ, ਕਿ ਸ਼ਾਹਕੋਟ ਦੇ ਵਿੱਚ ਜਿਹੜੀਆਂ 30,000 ਨੌਕਰੀਆਂ ਬਿਨਾਂ ਪੈਸੇ ਤੋਂ, ਸਿਫਾਰਸ਼ਾਂ ਤੋਂ ਪਹਿਲੇ ਸਾਲ ਦੇ ਮਾਨ ਸਾਹਿਬ ਦੀ ਸਰਕਾਰ ਨੇ ਦਿੱਤੀਆਂ ਨੇ, ਉਹ 'ਚ ਸ਼ਾਹਕੋਟ ਦੇ ਬੱਚੇ ਵੀ ਹੋਣਗੇ। ਜੇ ਮੁਹੱਲਾ ਕਲੀਨਿਕ 584 ਦੇ ਵਿੱਚੋਂ ਸ਼ਾਹਕੋਟ ਦੇ ਵੀ ਹਿੱਸੇ ਕੁਛ ਨਾ ਕੁਛ ਆਏ ਹੋਣਗੇ। ਜਿਹੜੇ ਸਕੂਲ ਆਫ ਐਮੀਨੈਂਸ ਬਣ ਰਹੇ ਨੇ, ਸਕੂਲਾਂ ਦੇ ਉੱਪਰ ਤਵੱਜੋ ਦੇ ਕੇ ਬਿਹਤਰ ਕੀਤਾ ਜਾ ਰਿਹਾ, ਉਹ 'ਚ ਸ਼ਾਹਕੋਟ ਦੇ ਸਕੂਲ ਵੀ ਆਏ ਹੋਣਗੇ। ਜਿਹੜੇ ਭ੍ਰਿਸ਼ਟਾਚਾਰੀਆਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ, ਉਸ ਭ੍ਰਿਸ਼ਟਾਚਾਰ ਦਾ ਕੋਈ ਨਾ ਕੋਈ ਕਿਤੇ ਨਾ ਕਿਤੇ ਮਾੜਾ ਅਸਰ ਸ਼ਾਹਕੋਟ ਹਲਕੇ ਦੇ ਉੱਪਰ ਵੀ ਪਿਆ ਹੋਊਗਾ। ਜਿਹੜੇ ਜ਼ਮੀਨਾਂ ਦੇ ਉੱਪਰ ਕਬਜ਼ੇ ਪਿਛਲੇ ਸਰਕਾਰਾਂ ਦੇ ਲੀਡਰਾਂ ਨੇ ਕਰ ਲਏ ਸੀਗੇ, ਉਹ 'ਚ ਕੋਈ ਹੋ ਸਕਦਾ ਕਿੱਲਾ, 2 ਕਿੱਲੇ ਮਰਲੇ ਜਾਂ 100, 200, 500 ਕਿੱਲਾ ਸ਼ਾਇਦ ਸ਼ਾਹਕੋਟ ਦਾ ਵੀ ਹੋਵੇ। ਜਿਹੜੇ 300 ਯੂਨਿਟ ਮਾਫ ਕੀਤੇ ਨੇ 88% ਲੋਕਾਂ ਦੇ, ਸ਼ਾਹਕੋਟ ਵੀ ਪੰਜਾਬ ਤੋਂ ਬਾਹਰ ਤਾਂ ਹੈ ਨਹੀਂਗਾ, ਉਹਨਾਂ ਲੋਕਾਂ ਨੂੰ ਵੀ ਫਾਇਦਾ ਹੋਇਆ ਹੋਊਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਦੇ ਬਾਵਜੂਦ ਵੀ ਅਗਰ ਲੋਕ ਕਹਿ ਰਹੇ ਨੇ ਕਿ ਸੜਕਾਂ ਨਹੀਂ ਬਣੀਆਂ ਹੋਈਆਂ, ਪੁਲ ਨਹੀਂ ਬਣੇ ਹੋਏ, ਸੀਵਰੇਜ ਦੀ ਵਿਵਸਥਾ ਨਹੀਂ ਹੈ, ਪੀਣ ਦਾ ਪਾਣੀ ਨਹੀਂ ਹੈ, ਪਿੰਡਾਂ ਦੇ ਵਿੱਚ ਬਿਜਲੀ ਉਹਨਾਂ ਨੂੰ ਪ੍ਰੋਪਰ ਨਹੀਂ ਮੁਹੱਈਆ, ਇੰਨੇ ਸਾਲ ਹੋ ਗਏ, ਇੰਨੇ ਸਾਲਾਂ ਦੇ ਵਿੱਚ ਵੀ ਅਗਰ ਮੂਲਭੂਤ ਸੁਵਿਧਾਵਾਂ ਹੀ ਨਹੀਂ ਦੇ ਪਾਈਆਂ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਸਰਕਾਰਾਂ ਜਿਹੜੀਆਂ ਨੇ, ਤੇ ਫਿਰ ਲੋਕ ਜਿਹੜੇ ਨੇ ਉਹ ਤੇ ਆਪਣੀ ਗੱਲ ਨੂੰ ਲੈ ਕੇ ਸਹੀ ਕਹਿ ਰਹੇ ਨੇ। ਤੁਸੀਂ ਕੰਪਲੀਟ ਕਰ ਦਿੰਦੇ, ਪਹਿਲਾਂ ਹੀ ਟੋਕ ਦਿੰਦੇ। ਤੁਸੀਂ ਮੈਨੂੰ ਸਵਾਲ ਜਿੰਨੇ ਮਰਜ਼ੀ ਕਰਿਆ ਕਰੋ, ਮੈਂ ਤੁਹਾਡੇ ਸਵਾਲ ਨਹੀਂ ਰੋਕਦਾ, ਤੁਸੀਂ ਮੇਰਾ ਜਵਾਬ ਨਾ ਟੋਕਿਆ ਕਰੋ। ਮੈਂ ਇਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿ ਜਦੋਂ ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ, ਇੰਨੇ ਸਾਲ, ਇੰਨੇ ਸਾਲਾਂ 'ਚ ਤੁਹਾਡਾ 1 ਸਾਲ ਹੀ ਹੈ, ਬਾਕੀ ਤਾਂ ਹਿਸਾਬ ਕਿਤਾਬ ਕੌਣ ਦਊਗਾ? ਆਹੀ ਤਾਂ ਮੈਂ ਕਹਿ ਰਿਹਾ ਕਿ ਅਸੀਂ 1 ਸਾਲ ਦੇ ਆਪਦੇ ਇੰਨੇ ਕੁ ਕੰਮ ਨੇ ਜਿਹੜੇ, ਮੈਂ ਨਹੀਂ ਕਹਿੰਦਾ ਕਿ ਅਸੀਂ ਸਾਰੇ ਕਰਤੇ ਨਾ, ਸਾਰੇ ਤਾਂ 1 ਸਾਲ ਦੇ ਵਿੱਚ ਆਪਣੇ ਤੋਂ ਆਪਦੇ ਘਰ ਦੇ ਕੰਮ ਵੀ ਨਹੀਂ ਜੀ ਹੁੰਦੇ ਕਿ 4 ਜੀ ਹੁੰਦੇ ਆ, ਤੇ ਬਾਕੀ ਦੇ ਇੰਨੇ ਸਾਲਾਂ ਦਾ ਹਿਸਾਬ ਕਿਤਾਬ ਕੌਣ ਦਊਗਾ ਬਈ? ਆਹੀ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਕਿਰਪਾ ਕਰਕੇ ਉਹਨਾਂ ਤੋਂ, ਜਿਨ੍ਹਾਂ ਤੋਂ ਇੰਨੇ ਸਾਲਾਂ ਦੇ ਵਿੱਚ ਜਿਹੜੇ ਕਹਿੰਦੇ ਸਾਡਾ ਗੜ੍ਹ ਹੈ, ਸਾਨੂੰ ਇੱਥੋਂ ਕੋਈ ਸਾਡੀਆਂ ਜੜ੍ਹਾਂ ਹਿਲਾ ਹੀ ਨਹੀਂ ਸਕਦਾ ਹੈਗਾ, ਉਹਨਾਂ ਤੋਂ ਵੀ ਹਿਸਾਬ ਕਿਤਾਬ ਮੰਗੋ। ਜੇ ਆਹ ਕੁਛ ਕਰਤਾ ਤੇ ਚਾਹੇ ਸੜਕਾਂ ਨੇ, ਚਾਹੇ ਸੀਵਰੇਜ ਹੈ, ਚਾਹੇ ਬਾਕੀ ਬੁਨਿਆਦੀ ਸਹੂਲਤਾਂ ਨੇ, ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ। ਪਰ ਹਰ ਚੀਜ਼ ਨੂੰ ਸਮਾਂ ਚਾਹੀਦਾ ਹੁੰਦਾ। ਜਦੋਂ ਕੈਂਸਰ ਹੋਇਆ ਹੁੰਦਾ ਨਾ ਜੀ, ਕੈਂਸਰ ਇੱਕ ਦਿਨ ਦੇ ਵਿੱਚ ਮੱਲਮ ਪੱਟੀ ਨਾਲ ਠੀਕ ਨਹੀਂ ਹੁੰਦਾ ਹੈਗਾ, ਉਹਨੂੰ ਥੋੜ੍ਹਾ ਸਮਾਂ ਲੱਗਦਾ ਹੁੰਦਾ।
ਪਿਛਲਾ ਜੋ ਸਿਸਟਮ ਬਣਾ ਗਏ, ਇਹਨੂੰ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਕਾਂਗਰਸ, ਅਕਾਲੀ ਦਲ, ਬੀਜੇਪੀ ਨੇ 15 ਸਾਲ ਲਾਤੇ। ਸਾਨੂੰ ਟਰੈਕ ਤੇ ਚੜਾਉਣ ਲਈ 15 ਨਾ ਸੀ, ਘੱਟੋ ਘੱਟ 5 ਤਾਂ ਚਾਹੀਦੇ ਨੇ ਜੀ। 5 ਸਾਲਾਂ ਦੇ ਵਿੱਚ ਰੰਗਲਾ ਪੰਜਾਬ ਬਣਦਾ ਨਜ਼ਰ ਆਊਗਾ, ਟਰੈਕ ਤੇ ਆਉਂਦਾ ਹੋਇਆ ਨਜ਼ਰ ਆਊਗਾ ਪੰਜਾਬ? ਬਿਲਕੁਲ 100% ਨਜ਼ਰ ਆਊਗਾ ਜੀ। ਜਦੋਂ ਜਿੱਥੇ ਉਹ ਜਿਵੇਂ ਕਹਿੰਦੇ ਨੇ ਕਿ ਵੇਅਰ ਦੇਰ ਇਜ਼ ਵਿਲ ਦੇਰ ਇਜ਼ ਵੇ, ਜਹਾਂ ਚਾਹ ਵਹਾਂ ਰਾਹ। ਚੰਗੀਆਂ ਸਾਫ਼ ਸੁਥਰੀ ਨੀਤਾਂ ਨੂੰ ਪਰਮਾਤਮਾ ਬਾਬਾ ਨਾਨਕ ਭਾਗ ਲਾਉਂਦਾ। ਲੇਕਿਨ ਜਿਹੜੇ ਅਖੀਰਲੇ ਦੌਰ ਦੇ ਵਿੱਚ ਇਹ ਚੋਣ ਜਾਂਦਾ ਹੋਇਆ ਨਜ਼ਰ ਆਇਆ, ਔਰ ਇਸ ਦੇ ਵਿੱਚ ਜਿਹੜੇ ਐਲੀਗੇਸ਼ਨ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਹਾਰ ਦਾ ਡਰ ਸਤਾ ਰਿਹਾ, ਲੇਕਿਨ ਇਹੋ ਜਿਹਾ ਕਿਉਂ ਡਰ ਸਤਾ ਰਿਹਾ ਕਿ ਬੂਥ ਕੈਪਚਰਿੰਗ ਤੱਕ ਦੇ ਐਲੀਗੇਸ਼ਨ ਲਾਣੇ ਪੈ ਗਏ? ਉਹ ਕਹਿੰਦੇ ਸੱਤਾ ਦਾ ਮਿਸਯੂਜ਼ ਹੋ ਸਕਦਾ ਹੈ, ਪੁਲਿਸ ਦਾ ਮਿਸਯੂਜ਼ ਹੋ ਸਕਦਾ ਹੈ, ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗੇ। ਔਰ ਇੱਕ ਡੇਰਾ ਫੈਕਟਰ ਵੀ ਨਿਕਲ ਕੇ ਸਾਹਮਣੇ ਆ ਗਿਆ। ਕੱਲ ਰਾਤ ਵੀ ਚੰਨੀ ਸਾਹਿਬ ਦੀ ਫੋਟੋਆਂ ਆਈਆਂ ਨੇ, ਡੇਰਾ ਬੱਲਾ ਬੈਠੇ ਹੋਏ ਸੀ, ਉੱਥੇ ਲੰਗਰ ਛਕਿਆ ਉਹਨਾਂ ਨੇ, ਉਸ ਤੋਂ ਬਾਅਦ ਕਹਿੰਦੇ ਰਾਤ ਵੀ ਉੱਥੇ ਬਤੀਤ ਕੀਤੀ ਉਹਨਾਂ ਨੇ। ਦੇਖੋ ਇਸ ਤਰ੍ਹਾਂ ਹੈ ਕਿ ਚਲੋ ਇਹ ਤਾਂ ਇਲੈਕਸ਼ਨ ਦੇ ਵਿੱਚ ਹਰ ਲੀਡਰ ਨੇ ਜਾਣਾ ਹੀ ਹੁੰਦਾ, ਆਪਦੀ ਗੱਲ ਕਰਨੀ ਹੁੰਦੀ ਹੈ। ਪਰ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਉਹਨਾਂ ਨੂੰ, ਜਿਹੜਾ ਉਹ ਕਹਿ ਰਹੇ ਨੇ ਵੀ ਸੱਤਾ ਧਿਰ ਮਿਸਯੂਜ਼ ਕਰੂਗੀ, ਕੈਪਚਰ ਕਰੂਗੀ, ਕੀ ਕਾਂਗਰਸ ਜਦੋਂ ਸੱਤਾ ਦੇ ਵਿੱਚ ਸੀਗੀ ਉਹ ਬੂਥ ਕੈਪਚਰ ਕਰਕੇ ਬਾਈ ਇਲੈਕਸ਼ਨ ਜਿੱਤਦੇ ਰਹੇ ਨੇ? ਅਸੀਂ ਭਾਈ ਸਾਹਿਬ, ਅਸੀਂ ਬੂਥ ਕੈਪਚਰ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਅਸੀਂ ਦਿਲ ਕੈਪਚਰ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਅਤੇ ਉਹੀ ਕੰਮ ਹੈ ਜਿਹੜਾ ਉਹ ਸਾਫ਼ ਨੀਅਤ ਨੀਤੀ ਦੇ ਨਾਲ ਕੰਮ ਕਰਕੇ ਮਾਨ ਸਾਹਿਬ ਦੀ ਸਰਕਾਰ ਉਹ ਕਰ ਰਹੀ ਹੈ। ਜਿੱਤ ਦਾ ਦਾਅਵਾ ਕਰਦੇ? ਦੇਖੋ, ਮੈਂ ਇਹ ਜਿੱਤ ਦਾ ਦਾਅਵੇ ਦੀ ਤੁਸੀਂ ਗੱਲ ਕਰਦੇ ਹੋ, ਮੈਂ ਤੁਹਾਨੂੰ ਕਹਾਂ ਕਿ ਇਹ ਹੰਕਾਰ ਵਾਲੀਆਂ ਗੱਲਾਂ ਹੁੰਦੀਆਂ ਨੇ। ਪਰ ਮੈਂ ਜਿੰਨਾ ਕੁ ਲੋਕਾਂ ਦੀਆਂ ਅੱਖਾਂ, ਜਿੰਨਾ ਕੁ ਲੋਕਾਂ ਦੇ ਹਾਵ ਭਾਵ, ਜਿੰਨਾ ਕੁ ਲੋਕਾਂ ਦੇ ਦਿਲ ਦੀ ਰੀਡਿੰਗ ਕੀਤੀ ਹੈ ਇਹਨਾਂ 20 ਦਿਨਾਂ ਦੇ ਵਿੱਚ, ਉਸ ਤੋਂ ਮੈਂ ਬੜੇ ਵਿਸ਼ਵਾਸ ਦੇ ਨਾਲ, ਬੜੇ ਮਾਣ ਦੇ ਨਾਲ ਅਤੇ ਬੜੇ ਹੱਕ ਦੇ ਨਾਲ ਮੈਂ ਕਹਿ ਸਕਦਾ ਕਿ ਜਲੰਧਰ ਦੇ ਲੋਕਾਂ ਦਾ ਮਨ ਹੈ ਜਿਹੜਾ ਉਹ ਇਸ ਵਾਰੀ ਆਮ ਆਦਮੀ ਪਾਰਟੀ ਦੇ ਆਪਦੇ ਉਮੀਦਵਾਰ ਸੁਸ਼ੀਲ ਰਿੰਕੂ ਜੀ ਨੂੰ, ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਉਹ ਮਨ ਬਣ ਚੁੱਕਿਆ। ਅਤੇ ਇੱਥੋਂ 13 ਤਰੀਕ ਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ ਦਾ ਝਾੜੂ ਫੜ ਕੇ ਸੁਸ਼ੀਲ ਰਿੰਕੂ ਲੋਕ ਸਭਾ 'ਚ ਐਂਟਰ ਕਰਨਗੇ। ਬਿਲਕੁਲ, ਦੇਖੋ ਜਿੱਤ ਦਾ ਦਾਅਵਾ ਕੀਤਾ ਹੈ, ਔਰ ਨਾਲੇ ਇਹ ਵੀ ਵੱਡੀ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਬੂਥ ਕੈਪਚਰ ਤੇ ਨਹੀਂ, ਦਿਲ ਕੈਪਚਰ ਕਰਨ ਤੇ ਵਿਸ਼ਵਾਸ ਰੱਖਦੀ ਹੈ। ਵੇਖਣ ਵਾਲੀ ਗੱਲ ਰਹੇਗੀ ਕਿ 13 ਤਰੀਕ ਨੂੰ ਕਿਆ ਆਮ ਆਦਮੀ ਪਾਰਟੀ ਜਲੰਧਰ ਹਲਕੇ ਦੇ ਜਿਹੜੇ ਵੋਟਰ ਨੇ ਉਹਨਾਂ ਦਾ ਦਿਲ ਕੈਪਚਰ ਕਰਨ ਦੇ ਵਿੱਚ ਕਾਮਯਾਬ ਹੋ ਪਾਈ ਹੈ ਜਾਂ ਫਿਰ ਨਹੀਂ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਜਲੰਧਰ।